ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਨੌਵਾਂ। ਸਾਧੂ ਇਹੋ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ। ਮਾਇਆ ਹਾਥ ਬਿਕਾਨਾ, ਸਾਧੂ ਇਹੋ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ। ਮਾਇਆ ਹਾਥ ਬਿਕਾਨਾ ਰਹਾਉ। ਮਾਤ ਪਿਤਾ ਭਾਈ ਸੁਤ ਬਨਤਾ, ਤਾ ਕੈ ਰਸ ਲਪਟਾਨਾ। ਜੋਬਨ ਧਨ ਪ੍ਰਭ ਤਾ ਕੈ ਮਦ ਮੈਂ, ਐਹ ਨਿਸ ਰਹੈ ਦੀਵਾਨਾ। ਦੀਨ ਦਇਆਲ ਸਦਾ ਦੁਖ ਭੰਜਨ, ਤਾ ਸਿਉ ਮਨ ਨਾ ਲਗਾਨਾ। ਜਨ ਨਾਨਕ ਕੋਟਨ ਮੈਂ ਕਿਨਹੂ, ਗੁਰਮੁਖ ਹੋਏ ਪਛਾਨਾ। ਦੀਨ ਦਇਆਲ ਸਦਾ ਦੁਖ ਭੰਜਨ, ਤਾ ਸਿਉ ਮਨ ਨਾ ਲਗਾਨਾ। ਜਨ ਨਾਨਕ ਕੋਟਨ ਮੈਂ ਕਿਨਹੂ, ਗੁਰਮੁਖ ਹੋਏ ਪਛਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 684 ਅਤੇ 85 ਉੱਪਰ ਰਾਗ ਧਨਾਸਰੀ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਦਰਜ ਬਿਰਾਜਮਾਨ ਪਾਵਨ ਸ਼ਬਦ ਆਪ ਜੀ ਨੇ ਪਾਠ ਦੇ ਰੂਪ ਵਿੱਚ ਦਾਸ ਪਾਸੋਂ ਸ਼ਰਵਣ ਕੀਤਾ ਹੈ। ਧਨਾਸਰੀ ਰਾਗ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੁੱਲ 4 ਸ਼ਬਦ ਦਰਜ ਨੇ ਅਤੇ ਲੜੀਵਾਰ ਇਹ ਦੂਸਰਾ ਸ਼ਬਦ ਹੈ ਜਿਸ ਦਾ ਆਪ ਜੀ ਨੇ ਪਾਠ ਸੁਣਿਆ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕੁਝ ਸ਼ਬਦ ਆਪਣੀ ਮੁਬਾਰਕ ਬਾਣੀ ਦੇ ਵਿੱਚ ਸੰਬੋਧਨ ਵਾਸਤੇ ਉਚੇਚੇ ਵਰਤਦੇ ਨੇ, ਜਿਵੇਂ ਮਨ ਰੇ, ਮਾਈ, ਸਾਧੋ ਇਤਿਆਦਿਕ ਸ਼ਬਦ ਸਤਿਗੁਰੂ ਮਹਾਰਾਜ ਨੇ। ਇੱਕ ਚੌਥਾ ਸ਼ਬਦ ਵਰਤਿਆ ਪ੍ਰਾਣੀ। ਇਸ ਤਰ੍ਹਾਂ ਦੇ ਸ਼ਬਦ ਵਰਤ ਕੇ ਮਹਾਰਾਜ ਸੰਬੋਧਨ ਕਰਦੇ ਨੇ। ਇਸ ਸ਼ਬਦ ਵਿੱਚ ਵੀ ਸਤਿਗੁਰੂ ਜੀ ਨੇ ਸਾਧੋ ਇਹ ਜਗ ਭਰਮ ਭੁਲਾਨਾ। ਸਾਧੋ ਤੋਂ ਭਾਵ ਹੈ ਹੇ ਸਤ ਸੰਗੀਓ, ਹੇ ਸਤ ਸੰਗੀ ਜਨੋ, ਮੇਰੇ ਇਸ ਉਪਦੇਸ਼ ਨੂੰ, ਮੇਰੇ ਇਸ ਖਿਆਲ ਨੂੰ ਸ਼ਰਵਣ ਕਰੋ। ਅਤੇ ਉਹ ਉਪਦੇਸ਼, ਉਹ ਖਿਆਲ ਕੀ ਹੈ? ਸਤਿਗੁਰੂ ਬਿਆਨ ਕਰਦੇ ਨੇ ਇਹ ਜਗ। ਇਹ ਜਗ ਦਾ ਭਾਵ ਹੈ ਇਹ ਸੰਸਾਰ ਦੇ ਲੋਕ, ਬਹੁ ਗਿਣਤੀ ਲੋਕ ਕੀ ਕਰ ਰਹੇ ਹਨ? ਸਤਿਗੁਰੂ ਆਖਦੇ ਨੇ ਭਰਮ ਭੁਲਾਨਾ। ਭਰਮ ਦਾ ਭਾਵ ਹੈ ਭੁਲੇਖਾ। ਜਿਵੇਂ ਇੱਕ ਸੌਖੀ ਉਦਾਹਰਣ ਦਿੰਦਾ ਹਾਂ, ਕੋਈ ਵਿਅਕਤੀ ਸਾਨੂੰ ਦੂਰ ਤੋਂ ਆਉਂਦਾ ਹੋਇਆ ਜਾਂ ਕੋਲ ਖੜ੍ਹਾ ਹੋਇਆ ਜਦੋਂ ਦਿਸ ਪਏ, ਅਸੀਂ ਉਸ ਦੇ ਕੋਲ ਜਾ ਕੇ ਉਸ ਨੂੰ ਬੁਲਾਉਂਦੇ ਹਾਂ ਬੜੀ ਅਪਣਾਤ ਨਾਲ।
ਇਵੇਂ ਬੁਲਾਉਂਦੇ ਹਾਂ ਵੀ ਜਿਵੇਂ ਅਸੀਂ ਬੜੇ ਚਿਰਾਂ ਦੇ ਜਾਣਕਾਰ ਹੁੰਦੇ ਹਾਂ, ਬੜੀ ਡੂੰਘੀ ਸਾਂਝ ਹੁੰਦੀ ਹੈ। ਕਈ ਵਾਰ ਅਸੀਂ ਕਿਸੇ ਦੇ ਕੱਪੜੇ ਵੇਖ ਕੇ, ਡਰੈਸ ਵੇਖ ਕੇ, ਉਹਦਾ ਮੁਹਾਂਦਰਾ ਵੇਖ ਕੇ ਉਸ ਮਨੁੱਖ ਦੇ ਕੋਲ ਜਾ ਕੇ ਉਸ ਨਾਲ ਗੱਲਾਂ ਕਰਨ ਲੱਗ ਜਾਂਦੇ ਹਾਂ। ਹੌਲੀ ਹੌਲੀ ਅਗਲਾ ਮਨੁੱਖ ਬੜਾ ਹੈਰਾਨ ਹੋ ਕੇ ਪੁੱਛਦਾ, ਜੀ ਮੈਂ ਤੁਹਾਨੂੰ ਪਹਿਚਾਣਿਆ ਨਹੀਂ, ਤੁਸੀਂ ਕੌਣ ਹੋ? ਤੁਸੀਂ ਮੈਨੂੰ ਮਿਲੇ ਬੜੇ ਇਤਫਾਕ ਨਾਲ, ਪ੍ਰੇਮ ਨਾਲ, ਮੇਰੇ ਨਾਲ ਗੱਲਾਂ ਬੜੀਆਂ ਪ੍ਰੇਮ ਨਾਲ ਕਰ ਰਹੇ ਹੋ, ਜਿਵੇਂ ਆਪਣੀ ਬੜੀ ਸਾਂਝ ਹੋਵੇ, ਪਰ ਮੈਂ ਤੁਹਾਨੂੰ ਜਾਣਦਾ ਨਹੀਂ। ਆਪਾਂ ਉਹਨੂੰ ਪੁੱਛਦੇ ਹਾਂ ਵੀ ਤੁਸੀਂ ਫਲਾਣੇ ਨਹੀਂ ਹੋ, ਫਲਾਨੀ ਜਗ੍ਹਾ ਤੋਂ ਨਹੀਂ? ਉਹ ਕਹਿੰਦਾ ਨਹੀਂ, ਤੁਹਾਨੂੰ ਭੁਲੇਖਾ ਲੱਗ ਗਿਆ। ਕਈ ਵਾਰ ਮੁਹਾਂਦਰਾ ਰਲ ਜਾਂਦਾ ਹੈ, ਚਿਹਰਾ ਰਲ ਜਾਂਦਾ ਹੈ, ਕੱਪੜੇ ਰਲ ਜਾਂਦੇ ਨੇ, ਅਤੇ ਅਸੀਂ ਭੁਲੇਖਾ ਖਾ ਜਾਂਦੇ ਹਾਂ ਵੀ ਇਹ ਉਹ ਵਿਅਕਤੀ ਹੈ ਜਿਸ ਨੂੰ ਮੈਂ ਜਾਣਦਾ, ਪਰ ਉਹ ਨਹੀਂ, ਕੋਈ ਹੋਰ ਹੁੰਦਾ। ਐਸੇ ਅਨੇਕ ਕਿਸਮ ਦੇ ਭੁਲੇਖੇ ਸਾਨੂੰ ਪੈ ਜਾਂਦੇ ਨੇ। ਕਈ ਵਾਰ ਸੁਣਨ ਵਿੱਚ ਭੁਲੇਖਾ ਪੈ ਜਾਂਦਾ ਹੈ, ਕਈ ਵਾਰ ਵੇਖਣ ਵਿੱਚ ਭੁਲੇਖਾ ਪੈ ਜਾਂਦਾ ਹੈ, ਕਈ ਵਾਰ ਪੜ੍ਹਨ ਵਿੱਚ ਭੁਲੇਖਾ ਪੈ ਜਾਂਦਾ ਹੈ। ਭਰਮ ਇਸੇ ਚੀਜ਼ ਨੂੰ ਕਹਿੰਦੇ ਨੇ। ਕੋਈ ਚੀਜ਼ ਹੈ ਹੋਰ ਤਰ੍ਹਾਂ ਦੀ, ਪਰ ਅਸੀਂ ਉਹਨੂੰ ਮੰਨ ਲਈਏ ਹੋਰ ਤਰ੍ਹਾਂ ਦਾ, ਇਸੇ ਚੀਜ਼ ਨੂੰ ਭੁਲੇਖਾ ਕਿਹਾ ਗਿਆ। ਪਰ ਹੁਣ ਖਿਆਲ ਕਰਕੇ ਵੇਖੋ, ਆਮ ਸਧਾਰਨ ਜੀਵਨ ਵਿੱਚ ਵੀ ਅਸੀਂ ਕਿੰਨੇ ਤਰ੍ਹਾਂ ਦੇ ਭੁਲੇਖਿਆਂ ਦੇ ਸ਼ਿਕਾਰ ਹੁੰਦੇ ਹਾਂ। ਪਰ ਇੱਥੇ ਸਤਿਗੁਰੂ ਇਹਨਾਂ ਨਿੱਕੇ ਮੋਟੇ ਭੁਲੇਖਿਆਂ ਦੀ ਗੱਲ ਨਹੀਂ ਕਰ ਰਹੇ। ਇਹ ਭੁਲੇਖੇ ਤਾਂ ਬੜੀ ਛੇਤੀ ਬਿਨਸ ਜਾਂਦੇ ਨੇ, ਪਰ ਗੁਰੂ ਮਹਾਰਾਜ ਇੱਥੇ ਜਿਸ ਭਰਮ ਦੀ, ਜਿਸ ਭੁਲੇਖੇ ਦੀ ਗੱਲ ਕਰ ਰਹੇ ਨੇ, ਉਹ ਹੈ ਆਪਣੇ ਜੀਵਨ ਦੇ ਪ੍ਰਤੀ ਭੁਲੇਖਾ, ਉਹ ਹੈ ਆਪਣੇ ਵਜੂਦ ਦੇ ਪ੍ਰਤੀ ਭਰਮ। ਸਤਿਗੁਰੂ ਨੇ ਬਾਣੀ ਦੇ ਅੰਦਰ ਭਰਮ ਦੀ ਜਿਹੜੀ ਡੈਫੀਨੇਸ਼ਨ ਦਿੱਤੀ ਹੈ, ਪਰਿਭਾਸ਼ਾ ਦਿੱਤੀ, ਉਹ ਹੈ, ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਇਹ ਭਾਈ, ਭਰਮ ਕਿਹਨੂੰ ਕਿਹਾ ਜਾਂਦਾ ਹੈ? ਕਿਸੇ ਚੀਜ਼ ਨੂੰ ਜਿਹੋ ਜਿਹਾ ਮੰਨ ਲਈਏ, ਪਰ ਅਸਲੀਅਤ ਵਿੱਚ, ਅਸਤਿਤਵ ਵਿੱਚ ਉਹੋ ਜਿਹੀ ਹੋਵੇ ਹੀ ਨਾ। ਜੋ ਅਸੀਂ ਮੰਨਿਆ ਉਹ ਗਲਤ ਮੰਨਿਆ ਹੋਇਆ। ਕੋਸ਼ਾਂ ਦੇ ਵਿੱਚ ਜਿਹੜੀਆਂ ਡਿਕਸ਼ਨਰੀਆਂ ਨੇ, ਉਹਨਾਂ ਨੇ ਜ਼ਿਕਰ ਕੀਤਾ ਹੈ ਭਰਮ ਦਾ ਅਰਥ ਮਿਥਿਆ ਗਿਆਨ, ਯਾਨੀ ਕਿ ਵਿਅਰਥ ਦਾ, ਫੋਕਟ ਦਾ ਗਿਆਨ, ਜੋ ਸੱਚ ਉੱਤੇ ਬੇਸਡ ਨਹੀਂ, ਸੱਚ ਦੇ ਆਧਾਰ ਉੱਤੇ ਨਹੀਂ ਖੜੀ ਜਾਣਕਾਰੀ, ਉਸ ਨੂੰ ਭਰਮ ਜਾਂ ਭੁਲੇਖਾ ਕਿਹਾ ਗਿਆ, ਕਿਉਂਕਿ ਅਸੀਂ ਤਾਂ ਉਹਨੂੰ ਸੱਚ ਹੀ ਮੰਨਦੇ ਹਾਂ ਨਾ। ਸਤਿਗੁਰੂ ਮਹਾਰਾਜ ਆਖਦੇ ਨੇ ਵੀ ਸੰਸਾਰ ਜਿਹੜਾ ਹੈ ਉਹ ਭਰਮ ਵਿੱਚ ਭੁਲਾਨਾ, ਭੁਲਾਨਾ ਦਾ ਮਤਲਬ ਹੈ ਭੁੱਲਿਆ ਹੋਇਆ, ਕੁਰਾਏ ਪਿਆ ਹੋਇਆ। ਇੱਕ ਭੁਲੇਖੇ ਦੇ ਵਿੱਚ ਕੁਰਾਏ ਪਿਆ ਹੋਇਆ। ਉਹ ਭੁਲੇਖਾ ਕੀ ਹੈ? ਉਹ ਭਰਮ ਕਾਹਦਾ ਹੈ? ਸਤਿਗੁਰੂ ਜੀ ਆਖਦੇ ਨੇ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਿਕਾਨਾ। ਵੀ ਜੀਵ ਨੇ, ਰਾਮ ਸ਼ਬਦ ਇੱਥੇ ਭਾਵ ਹੈ ਸਰਵ ਵਿਆਪੀ ਪਰਮੇਸ਼ਰ ਤੋਂ, ਰਮਤ ਰਾਮ ਸਭ ਰਹਿਓ ਸਮਾਏ। ਖਿਆਲ ਵਿੱਚ ਰਹੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਰਾਮਾਇਣ ਦੇ ਨਾਇਕ ਰਾਮ ਦਾ ਵੀ ਉਦਾਹਰਣਵਤ ਜ਼ਿਕਰ ਹੈ, ਪਰ ਗੁਰੂ ਸਾਹਿਬ ਉਸ ਨੂੰ ਭਗਵਾਨ ਜਾਂ ਪਰਮੇਸ਼ਰ ਨਹੀਂ ਮੰਨਦੇ। ਗੁਰਬਾਣੀ ਦਾ ਪਰਮੇਸ਼ਰ ਕੌਣ ਹੈ? ਰਮਤ ਰਾਮ ਸਭ ਰਹਿਓ ਸਮਾਏ, ਜੋ ਘਟ ਘਟ ਵਿੱਚ ਵਿਆਪਕ ਹੈ, ਹਰ ਜੀਵ ਦੇ ਅੰਦਰ ਜਿਸ ਦੀ ਸੱਤਾ ਹੈ, ਜਿਹੜਾ ਸੰਸਾਰ ਦਾ ਸਿਰਜਕ ਹੈ, ਸੰਸਾਰ ਦਾ ਪਾਲਕ ਹੈ, ਸੰਸਾਰ ਦਾ ਘਾਲਕ ਹੈ, ਉਹ ਰਾਮ ਹੈ। ਗੁਰਬਾਣੀ ਦਾ ਨਾਇਕ ਉਹ ਰਾਮ ਹੈ। ਗੁਰੂ ਮਹਾਰਾਜ ਇੱਥੇ ਕਹਿੰਦੇ ਨੇ ਰਾਮ ਨਾਮ ਕਾ, ਨਾਮ ਦਾ ਮਤਲਬ ਹੋਂਦ, ਜੋ ਸਰਵ ਵਿਆਪੀ ਹੈ, ਉਸ ਦੀ ਹੋਂਦ ਦਾ ਸਮਰਨ, ਸਿਮਰਨ ਦਾ ਮਤਲਬ ਹੈ ਸਮਰਨ ਕਰਨਾ, ਚੇਤਾ ਕਰਨਾ, ਚਿੰਤਨ ਕਰਨਾ। ਰਾਮ ਨਾਮ ਕਾ ਸਿਮਰਨ ਛੋੜਿਆ, ਜੋ ਸਰਵ ਵਿਆਪੀ ਹੈ, ਹਰ ਵਿੱਚ ਹੈ, ਜੋ ਸ੍ਰਿਸ਼ਟੀ ਦਾ ਸਿਰਜਕ ਵੀ ਹੈ, ਉਸ ਦਾ ਸਮਰਨ ਚੇਤਾ ਭੁਲਾ ਦਿੱਤਾ ਹੈ। ਅਤੇ ਕੀਤਾ ਕੀ ਹੈ? ਮਾਇਆ ਹਾਥ ਬੇਕਾਨਾ, ਮਾਇਆ ਦੇ ਹੱਥ ਜੀਵ ਵਿਕ ਗਿਆ ਹੈ, ਯਾਨੀ ਕਿ ਮਾਇਆ ਨੂੰ ਆਪਣਾ ਆਤਮਿਕ ਜੀਵਨ ਤਬਾਹ ਕਰ ਲਿਆ ਮਾਇਆ ਦੇ ਪ੍ਰਭਾਵ ਥੱਲੇ। ਹੁਣ ਇੱਥੇ ਖਿਆਲ ਵਿੱਚ ਰੱਖਣਾ ਵੀ ਮਾਇਆ ਦੇ ਕੰਟੈਕਸਟ ਦੇ ਮੁਤਾਬਕ, ਜਿਹਨੂੰ ਆਪਾਂ ਕਹਿੰਦੇ ਸੰਦਰਭ ਦੇ ਮੁਤਾਬਕ ਅਰਥ ਹੁੰਦੇ ਨੇ। ਕਿਸੇ ਤੋਂ ਅਸੀਂ ਪੈਸੇ ਲੈਣੇ ਹੋਣ ਅਤੇ ਅਸੀਂ ਉਹਦਾ ਦਰਵਾਜ਼ਾ ਖੜਕਾਉਂਦੇ, ਉਹ ਕਹਿੰਦਾ ਕੀ ਕੰਮ ਹੈ, ਅਤੇ ਅਸੀਂ ਕਹਿੰਦੇ ਜੀ ਮਾਇਆ ਲੈਣ ਆਏ ਸਾਂ। ਹੁਣ ਉੱਥੇ ਉਹਨੂੰ ਸਮਝ ਪੈ ਜਾਂਦੀ ਹੈ, ਅਤੇ ਸਾਨੂੰ, ਅਸੀਂ ਵੀ ਇੱਕ ਸੰਦਰਭ 'ਚ ਵੀ ਅਸੀਂ ਕਰੰਸੀ ਲਈ ਇਹ ਸ਼ਬਦ ਵਰਤ ਰਹੇ ਹਾਂ। ਜਦੋਂ ਗੁਰੂ ਸਾਹਿਬ ਸੰਸਾਰ ਦੇ ਵਿੱਚ ਕਿਸੇ ਮਨੁੱਖ ਨੂੰ ਈਰਖਾ ਕਰਦਿਆਂ ਵੇਖਣਗੇ ਅਤੇ ਉਹਨੂੰ ਵੀ ਕਹਿਣਗੇ ਮਾਇਆ ਦਾ ਗ੍ਰਸਿਆ। ਉੱਥੇ ਗੁਰੂ ਸਾਹਿਬ ਦਾ ਅਰਥ ਮਾਇਆ ਦਾ ਹੋਏਗਾ ਈਰਖਾ ਕਰਨੀ। ਹੁਣ ਕੋਈ ਮਨੁੱਖ ਕਾਮ ਵਿੱਚ ਗ੍ਰਸਿਆ ਅਤੇ ਉਹਨੂੰ ਕਹਿਣਗੇ ਇਹ ਵੀ ਮਾਇਆ 'ਚ ਗ੍ਰਸਿਆ। ਯਾਨੀ ਕਿ ਗੁਰਬਾਣੀ ਵਿੱਚ ਜਿੰਨਾ ਚਿਰ ਅਸੀਂ ਸੰਦਰਭ ਨੂੰ, ਕੰਟੈਕਸਟ ਕਿਹੜਾ ਚੱਲ ਰਿਹਾ, ਇਸ ਨੂੰ ਨਹੀਂ ਸਮਝਾਂਗੇ, ਫਿਰ ਅਰਥ ਕਰਨ ਵਿੱਚ ਅਸੀਂ ਉਲਝਦੇ ਰਹਾਂਗੇ।
ਹੁਣ ਗੁਰੂ ਸਾਹਿਬ ਨੇ ਇੱਥੇ ਮਾਇਆ ਦੀ ਅੱਗੇ ਜਾ ਕੇ ਵਿਆਖਿਆ ਵੀ ਇਸੇ ਹੀ ਸ਼ਬਦ ਵਿੱਚ ਕੀਤੀ ਹੈ ਵੀ ਗੁਰੂ ਸਾਹਿਬ ਮਾਇਆ ਕਿਹਨੂੰ ਕਹਿੰਦੇ ਨੇ, ਮਾਇਆ ਦੇ ਹੱਥ ਵੇਖ ਜਾਣਾ ਕਿਹਨੂੰ ਕਹਿੰਦੇ ਨੇ, ਕਿਵੇਂ ਜੀਵ ਪਰਮੇਸ਼ਰ ਦੀ ਯਾਦ ਤੋਂ ਵਾਂਝਾ ਹੋ ਗਿਆ ਅਤੇ ਕਿਵੇਂ ਮਾਇਆ ਦੇ ਹੱਥ ਵਿੱਚ ਵਿਕ ਗਿਆ। ਇਸ ਨੂੰ ਸਤਿਗੁਰੂ ਹੁਣ ਅਗਲੀਆਂ ਪੰਕਤੀਆਂ ਵਿੱਚ ਖੋਲ੍ਹਦੇ ਨੇ। ਹਜ਼ੂਰ ਆਖਦੇ ਨੇ, ਮਾਤ ਪਿਤਾ ਭਾਈ ਸੁਤ ਬਨਤਾ ਤਾ ਕੈ ਰਸ ਲਪਟਾਨਾ। ਜਨਮ ਦੇਣ ਵਾਲੀ ਮਾਂ ਹੈ, ਬਾਪ ਹੈ, ਭਰਾ ਨੇ, ਪੁੱਤਰ ਨੇ, ਔਲਾਦ ਹੈ, ਇਸਤਰੀ ਹੈ, ਇਹਨਾਂ ਦੇ ਰਸ ਦਾ ਇੱਥੇ ਭਾਵ ਹੈ ਮੋਹ। ਹੁਣ ਖਿਆਲ ਵਿੱਚ ਰੱਖੀਏ ਕਿ ਸਾਡਾ ਜਿੰਨਾ ਵੀ ਜੀਵਨ ਹੈ ਕਿਤੇ ਮੋਹ ਤੋਂ ਬਿਨਾਂ ਥੋੜ੍ਹੀ ਚੱਲ ਰਿਹਾ। ਹੁਣ ਅਸੀਂ ਸੈਂਕੜੇ ਹਜ਼ਾਰਾਂ ਹੀ ਘਰ ਨੇ ਇੱਕ ਸ਼ਹਿਰ ਦੇ ਵਿੱਚ, ਪਰ ਅਸੀਂ ਆਪਣੇ ਟਿਕਾਣੇ ਆਪਣੇ ਘਰ ਵਿੱਚ ਜਾ ਕੇ ਹੀ ਸੰਤੁਸ਼ਟ ਹੁੰਦੇ ਹਾਂ। ਉਹ ਕਿਹੜੀ ਚੀਜ਼ ਹੈ ਜਿਹੜੀ ਖਿੱਚ ਕੇ ਸਾਨੂੰ ਆਪਣੀ ਹੈ। ਸਾਰੇ ਘਰ ਅਸੀਂ ਵੇਖਦੇ ਹਾਂ ਇੱਥੇ ਘਰਾਂ ਦੇ ਸਟਰਕਚਰ ਵੀ ਇੱਕੋ ਜਿਹੇ ਨੇ, ਪਰ ਬੰਦਾ ਭੁੱਲਦਾ ਥੋੜ੍ਹੀ ਹੈ ਵੀ ਚਲੋ ਇੱਕੋ ਜਿਹੇ ਘਰ ਨੇ, ਜਿੱਥੇ ਮਰਜ਼ੀ ਚਲੇ ਜਾਏ ਕੋਈ, ਇੱਕੋ ਜਿਹੀਆਂ ਕਾਰਾਂ ਨੇ, ਇੱਕੋ ਜਿਹੇ ਪਲਾਟ ਨੇ, ਪਰ ਮਨੁੱਖ ਉੱਥੇ ਜਾਂਦਾ ਹੈ ਜਿਸ ਨੂੰ ਉਹ ਆਪਣਾ ਸਮਝਦਾ ਵੀ ਇਹ ਮੇਰਾ ਘਰ ਹੈ, ਇਹ ਮੇਰਾ ਪਰਿਵਾਰ ਹੈ, ਇਹ ਮੇਰੇ ਬੱਚੇ ਨੇ, ਇਹ ਮੇਰੇ ਮਾਂ-ਬਾਪ ਨੇ, ਮੇਰਾ ਭਰਾ ਹੈ। ਆਪਣੇ ਸਰੀਰ ਨੂੰ ਵੀ ਅਸੀਂ ਕਿਉਂ ਪਾਲਦੇ ਹਾਂ? ਕਿਉਂਕਿ ਸਾਡੀ ਅਟੈਚਮੈਂਟ ਹੈ, ਮੇਰਾ ਸਰੀਰ ਹੈ, ਮੈਂ ਇਸ ਸਰੀਰ ਦੇ ਵਸਤਰ ਵੀ ਸਾਂਭ ਕੇ ਰੱਖਦਾ, ਮੇਰੇ ਕੱਪੜੇ ਨੇ, ਮੇਰੀਆਂ ਚੀਜ਼ਾਂ ਨੇ। ਹੁਣ ਜ਼ਰਾ ਸੋਚ ਕੇ ਵੇਖੋ, ਜੇ ਇਹ ਚੀਜ਼ ਨਾ ਹੋਵੇ ਮਨੁੱਖ ਦੇ ਅੰਦਰ, ਅਟੈਚਮੈਂਟ ਨਾ ਹੋਵੇ, ਤਾਂ ਸੰਸਾਰ ਚੱਲੇ ਕਿਵੇਂ ਵੀ ਨਹੀਂ ਚੱਲ ਸਕਦਾ। ਕਿਸੇ ਤਰੀਕੇ ਨਾਲ ਵੀ ਅਸੀਂ ਆਪ ਤਕਲੀਫ ਸਹਿ ਕੇ ਵੀ ਬੱਚਿਆਂ ਦੀ ਪਾਲਣਾ ਪੋਸ਼ਣਾ ਕਰਦੇ ਹਾਂ ਤਾਂ ਉਹ ਅਟੈਚਮੈਂਟ ਕਰਕੇ ਹੀ ਕਰਦੇ ਹਾਂ, ਨਹੀਂ ਤਾਂ ਇੱਥੇ ਕੋਈ ਕਿਸੇ ਦੀ ਪਰਵਾਹ ਹੀ ਨਾ ਕਰੇ, ਸੰਸਾਰ ਬਿਖਰ ਜਾਏ, ਕੋਈ ਅੱਗੇ ਵਧਣ ਦੀ ਕਹਾਣੀ ਹੀ ਨਾ ਤੁਰੇ। ਇਹ ਚੀਜ਼ ਅੰਮ੍ਰਿਤ ਹੈ ਸੰਸਾਰ ਦੇ ਜੀਆਂ ਵਾਸਤੇ, ਇਹ ਹੀ ਸੰਸਾਰ ਨੂੰ ਚਲਾ ਰਹੀ ਹੈ। ਵੈਸੇ ਵੀ ਵਿਗਿਆਨ ਕਹਿੰਦਾ ਵੀ ਕੁਦਰਤ ਦੀ ਕੋਈ ਐਸੀ ਚੀਜ਼ ਨਹੀਂ ਜਿਹੜੀ ਬਿਨਾਂ ਅਟੈਚਮੈਂਟ ਤੋਂ ਹੈ। ਧਰਤੀ ਦੀ, ਸੂਰਜ ਨਾਲ, ਹਰ ਚੀਜ਼ ਦਾ ਇੱਕ ਗੁਰਤਾਕਰਸ਼ਣ ਹੈ। ਉਸ ਨੂੰ ਨਾ ਕਹੇ ਵੀ ਹਰ ਚੀਜ਼ ਦੂਜੇ ਦੇ ਨਾਲ ਜੁੜੀ ਹੋਈ ਹੈ ਅਤੇ ਉਹਦੇ ਆਕਰਸ਼ਣ ਨਾਲ ਚੱਲ ਰਹੀ ਹੈ ਲਗਾਤਾਰ। ਹੁਣ ਮਿੱਟੀ ਦਾ ਅਤੇ ਬੀਜ ਦਾ ਆਪਸ ਵਿੱਚ ਸੰਯੋਗ ਨਾ ਬਣੇ, ਅਟੈਚਮੈਂਟ ਨਾ ਬਣੇ, ਅਤੇ ਪੌਦਾ ਪ੍ਰਫੁੱਲਤ ਹੀ ਨਹੀਂ ਹੋ ਸਕਦਾ। ਯਾਨੀ ਕਿ ਕੋਈ ਵੀ ਚੀਜ਼ ਤੁਸੀਂ ਕੁਦਰਤ ਦੀ ਐਸੀ ਨਹੀਂ ਵੇਖੋਗੇ ਜਿਸ ਵਿੱਚ ਅਟੈਚਮੈਂਟ, ਇਹਨੂੰ ਮੋਹ ਕਿਹਾ ਗਿਆ। ਇਸੇ ਅਟੈਚਮੈਂਟ ਨੂੰ, ਇਸੇ ਜੋੜ ਨੂੰ, ਇਸੇ ਤਾਲਮੇਲ ਨੂੰ, ਔਰ ਇਹ ਸਾਡੇ ਜੀਵਨ ਲਈ ਅੰਮ੍ਰਿਤ ਸਮਾਨ ਹੈ। ਪਰ ਇਹ ਜ਼ਹਿਰ ਕਦੋਂ ਬਣਦਾ? ਇੱਥੇ ਹੁਣ ਗੁਰੂ ਸਾਹਿਬ ਇਹ ਨਹੀਂ ਕਹਿ ਰਹੇ ਵੀ ਤੂੰ ਮਾਂ ਬਾਪ ਦੀ ਪਰਵਾਹ ਛੱਡ ਦੇ, ਜਾਂ ਤੈਨੂੰ ਆਪਣੇ ਬੱਚਿਆਂ ਵੱਲ ਵੇਖਣਾ ਵੀ ਨਹੀਂ ਚਾਹੀਦਾ, ਜਾਂ ਤੈਨੂੰ ਆਪਣੇ ਘਰ ਦਾ ਖਿਆਲ ਹੀ ਨਹੀਂ ਕਰਨਾ ਚਾਹੀਦਾ। ਇਵੇਂ ਤਾਂ ਇਹ ਸੰਸਾਰ ਜੰਗਲ ਬਣ ਜਾਏਗਾ ਅਤੇ ਮਨੁੱਖ ਪਸ਼ੂਆਂ ਤੋਂ ਵੀ ਬੱਤਰ ਹੋ ਜਾਏਗਾ। ਪਰ ਜਦੋਂ ਸਤਿਗੁਰੂ ਜੀ ਇਹ ਕਹਿੰਦੇ ਨੇ ਤਾਂ ਕਿ ਰਸ ਲਪਟਾਨਾ, ਇੱਥੇ ਰਸ ਦਾ ਭਾਵ ਹੈ ਵਿਕਾਰੀ ਚਸਕੇ ਦੇ ਵਿੱਚ, ਵੀ ਮਨੁੱਖ ਨੂੰ ਇਹ ਤਾਂ ਚੇਤਾ ਵੀ ਮੇਰਾ ਘਰ ਹੈ, ਪਰ ਆਪਣੇ ਘਰ ਨੂੰ ਵੱਡਾ ਕਰਨ ਅਤੇ ਆਪਣੇ ਘਰ ਨੂੰ ਭਰਨ ਲਈ ਅਤੇ ਆਪਣੇ ਘਰ ਨੂੰ ਸਵਾਰਨ ਲਈ ਉਹ ਦੂਜਿਆਂ ਦੇ ਤਬਾਹ ਕਰਨ ਤੁਰ ਪੈਂਦਾ। ਉਹਨੂੰ ਇਹ ਤਾਂ ਚੇਤਾ ਵੀ ਮੇਰੇ ਬੱਚੇ ਨੇ, ਪਰ ਜਿਨ੍ਹਾਂ ਤੋਂ ਖੋਹ ਰਿਹਾ ਉਹ ਚੇਤਾ ਭੁਲਾ ਲੈਂਦਾ ਵੀ ਉਹਨਾਂ ਦੇ ਵੀ ਬੱਚੇ ਨੇ। ਇਵੇਂ ਜਦੋਂ ਦਰਜਾ ਬਦਰਜਾ ਪੈਦਾ ਕਰਦਾ ਹੈ, ਉਹਦੀ ਸੋਚ ਵਿੱਚ, ਉਹਦੀ ਸੁਰਤ ਵਿੱਚ ਇੱਕ ਕਾਣ ਪੈ ਜਾਂਦਾ, ਫਾਲਟ ਪੈ ਜਾਂਦਾ। ਉਦੋਂ ਮਹਾਰਾਜ ਕਹਿੰਦੇ ਨੇ ਮੋਹ ਰੋਗ ਬਣ ਗਿਆ, ਡਿਜ਼ੀਜ਼ ਬਣ ਗਿਆ। ਜਿਵੇਂ ਮੈਂ ਉਦਾਹਰਣ ਦਿੰਦਾ, ਮੈਡੀਕਲ ਸਾਇੰਸ ਕਹਿੰਦੀ ਹੈ ਵੀ ਮਨੁੱਖੀ ਸਰੀਰ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਸਾਨੂੰ ਐਨਰਜੀ ਦਿੰਦਾ। ਅਸੀਂ ਜਦੋਂ ਕੁਝ ਖਾਂਦੇ ਹਾਂ ਤਾਂ ਉਹ ਪਚਦਾ ਵੀ ਟੈਂਪਰੇਚਰ ਕਰਕੇ ਹੀ ਹੈ। ਪਰ ਹੁਣ ਤੁਸੀਂ ਵੇਖੋ, ਜੇ ਉਹ ਟੈਂਪਰੇਚਰ ਜਿਹੜਾ ਹੈ, ਜੇ ਉਹਦਾ ਬੈਲੈਂਸ ਵਿਗੜ ਜਾਏ ਬੋਡੀ ਦੇ ਵਿੱਚ, ਸਰੀਰ ਦੇ ਵਿੱਚ, ਤਾਂ ਜੇ ਟੈਂਪਰੇਚਰ ਘਟ ਜਾਏ ਤਾਂ ਵੀਕਨੈਸ, ਕਮਜ਼ੋਰੀ ਪੈਦਾ ਕਰਦਾ, ਵੱਧ ਜਾਏ ਤਾਂ ਤਾਂ ਵੀ ਉਹ ਡਿਜ਼ੀਜ਼ ਹੈ, ਰੋਗ ਹੈ। ਯਾਨੀ ਕਿ ਸਾਡੀ ਬੋਡੀ ਅਤੇ ਸਰੀਰ ਨੂੰ ਜਿੰਨਾ ਟੈਂਪਰੇਚਰ ਚਾਹੀਦਾ ਉਨਾ ਹੀ ਉਹ ਲੈਵਲ ਵਿੱਚ ਰਹੇਗਾ, ਬੈਲੈਂਸ ਵਿੱਚ ਰਹੇਗਾ ਅਤੇ ਸਰੀਰ ਤੰਦਰੁਸਤ ਹੈ। ਜਦੋਂ ਉਹ ਘਟ ਜਾਂਦਾ ਹੈ ਤਾਂ ਵੀ ਰੋਗ ਹੈ, ਅਤੇ ਵੱਧ ਜਾਂਦਾ ਹੈ ਤਾਂ ਵੀ ਰੋਗ ਹੈ। ਇਸੇ ਤਰੀਕੇ ਨਾਲ ਗੁਰੂ ਸਾਹਿਬ ਨੇ ਹੁਣ ਵੇਖੋ ਬਾਣੀ ਦੇ ਵਿੱਚ ਜਿਹੜੇ ਇਹਨਾਂ ਚਸਕਿਆਂ ਵਿੱਚ ਪੈ ਕੇ ਕੇਵਲ ਪਰਿਵਾਰ ਖਾਤਰ ਲੁੱਟਾਂ ਖੋਹਾਂ, ਪਾਪ ਬਦਕਾਰੀਆਂ ਕਰਦੇ ਨੇ, ਧੋਖੇਬਾਜ਼ੀਆਂ ਕਰਦੇ ਨੇ, ਜ਼ਾਲਸਾਜ਼ੀਆਂ ਕਰਦੇ ਨੇ, ਉਹਨਾਂ ਨੂੰ ਵੀ ਸਤਿਗੁਰੂ ਨੇ ਬਾਣੀ ਦੇ ਵਿੱਚ ਤਾੜਨਾ ਕੀਤੀ। ਅਤੇ ਇੱਕ ਉਹ ਵੀ ਲੋਕ ਨੇ ਜਿਹੜਿਆਂ ਨੇ ਘਰ ਪਰਿਵਾਰ ਛੱਡ ਦਿੱਤੇ, ਜੰਗਲਾਂ ਚਲੇ ਗਏ। ਉਹਨਾਂ ਕਿਹਾ ਕਿਹੜਾ ਪਰਿਵਾਰ, ਕਿਹੜੇ ਮਾਂ ਬਾਪ, ਕਿਹੜੇ ਰਿਸ਼ਤੇ, ਕਿਹੜਾ ਇਹ ਸੰਸਾਰ, ਇਹ ਤਾਂ ਸਭ ਖਤਮ ਹੀ ਹੋ ਜਾਣਾ, ਅੱਜ ਨਹੀਂ ਤੇ ਕੱਲ੍ਹ ਨੂੰ ਸਹੀ।
ਕੀ ਲੋੜ ਹੈ। ਮਹਾਰਾਜ ਉਹਨਾਂ ਨੂੰ ਵੀ ਪ੍ਰਵਾਨ ਨਹੀਂ ਕਰਦੇ। ਹੁਣ ਜੇ ਕੋਈ ਆਖੇ ਵੀ ਇਹ ਕੋ ਨੇ ਜਿਹੜੇ ਪਦਾਰਥ ਇਕੱਠੇ ਕਰਨ ਵਿੱਚ ਲੱਗੇ ਨੇ ਤੇ ਮਹਾਰਾਜ ਉਹਨਾਂ ਨੂੰ ਵੀ ਪ੍ਰਵਾਨ ਨਹੀਂ ਕਰ ਰਹੇ, ਇਹ ਕੋ ਨੇ ਜਿਹੜੇ ਪਦਾਰਥ ਵੱਲ ਵੇਂਦੇ ਹੀ ਨਹੀਂ, ਮਹਾਰਾਜ ਉਹਨਾਂ ਨੂੰ ਵੀ ਪ੍ਰਵਾਨ ਨਹੀਂ ਕਰ ਰਹੇ। ਸਤਿਗੁਰੂ ਚਾਹੁੰਦੇ ਕੀ ਨੇ? ਪਰ ਗੁਰੂ ਸਾਹਿਬ ਆਖਦੇ ਨੇ ਦੋਵੇਂ ਹੀ ਬੰਦੇ ਬੈਲੈਂਸ ਵਿੱਚ ਨਹੀਂ ਹਨ। ਇੱਕ ਤਾਂ ਉਹ ਹੈ ਜਿਹੜਾ ਸਰੀਰ ਦੀਆਂ ਲੋੜਾਂ ਤੋਂ ਹੀ ਭਗੌੜਾ ਹੋ ਗਿਆ, ਫਰਜ਼ਾਂ ਤੋਂ ਭੱਜ ਗਿਆ, ਜ਼ਿੰਮੇਵਾਰੀਆਂ ਤੋਂ ਭੱਜ ਗਿਆ। ਜੇ ਸਾਰਾ ਸੰਸਾਰ ਉਹਦੀ ਆਈਡੀਓਲੋਜੀ ਨੂੰ ਅਡਾਪਟ ਕਰ ਲਵੇ, ਫੋਲੋ ਕਰ ਲਵੇ, ਤਾਂ ਇਹ ਸੰਸਾਰ ਕਿਹੋ ਜਿਹਾ ਹੋਏਗਾ ਸੋਚ ਕੇ ਵੇਖੋ। ਸਾਰੇ ਸ਼ਹਿਰਾਂ ਦੇ ਲੋਕ ਜੰਗਲਾਂ 'ਚ ਜਾ ਬੈਠਣਗੇ, ਸਾਰੇ ਸੰਸਾਰ ਦੀ ਕਿਰਿਆ ਹੀ ਰੁਕ ਜਾਏਗੀ, ਵਿਕਾਸ ਹੀ ਰੁਕ ਜਾਏਗਾ, ਮਨੁੱਖੀ ਹੋਂਦ ਅਸਲੀ ਖਤਰੇ 'ਚ ਪੈ ਜਾਏਗੀ। ਅਤੇ ਕੀ ਹੋਏਗਾ? ਉਹ ਜੰਗਲਾਂ 'ਚ ਜਾਣਗੇ ਅਤੇ ਜਿੱਥੇ ਹੁਣ ਉਹ ਇਕੱਲੇ ਇਕੱਲੇ ਨੇ, ਉਹਨਾਂ ਨੂੰ ਲੱਗਦਾ ਵੀ ਸਾਡਾ ਮਨ ਸ਼ਾਂਤ ਹੈ। ਜਦੋਂ ਚਾਰ ਫਿਰ ਇਕੱਠੇ ਹੋਏ ਤਾਂ ਉਹੀ ਈਰਖਾ ਦਾ ਪਸਾਰਾ ਫਿਰ ਹੋਏਗਾ। ਇਹਦਾ ਮਤਲਬ ਪ੍ਰੋਬਲਮ ਤਾਂ ਉਹ ਨਾਲ ਹੀ ਲੈ ਕੇ ਗਏ ਨੇ ਨਾ। ਉਹਨਾਂ ਛੱਡੀ ਬਿਲਡਿੰਗ ਹੈ, ਮੋਹ ਤੇ ਨਹੀਂ ਨਾ ਛੱਡਿਆ। ਉਹਨਾਂ ਨੇ ਛੱਡੇ ਖਾਣ, ਪਹਿਰਾਣ, ਪਰਿਵਾਰ ਦੇ ਜੀ, ਸਮਾਜ ਦਾ ਰੁਤਬਾ, ਕਾਰੋਬਾਰ। ਪਰ ਜਿਹੜੀ ਚੀਜ਼ ਇਹਨਾਂ ਚੀਜ਼ਾਂ ਨੂੰ ਜ਼ਹਿਰਮਈ ਬਣਾਉਂਦੀ ਹੈ ਉਹ ਤਾਂ ਨਹੀਂ ਨਾ ਅੰਦਰੋਂ ਛੱਡ ਸਕੇ। ਉਹ ਉਹਨਾਂ ਵਿੱਚ ਵੀ ਉਸੇ ਬਰਾਬਰ ਹੈ। ਅਤੇ ਜਿਹੜੇ ਮਨੁੱਖ ਪਦਾਰਥਾਂ ਦੇ ਮੋਹ ਵਿੱਚ ਲੁੱਟ ਖੋਹ ਅਤੇ ਪਾਪ ਕਰਦੇ ਨੇ, ਉਹਨਾਂ ਵਿੱਚ ਵੀ ਅੰਦਰ ਜਿਹੜੀ ਬੈਠੀ ਹੋਈ ਚੀਜ਼, ਰੋਗ ਹੈ ਜਿਹੜਾ, ਉਹ ਇੱਕੋ ਜਿਹਾ ਦੋਵਾਂ ਵਿੱਚ। ਸਤਿਗੁਰੂ ਤਾਂ ਉਸ ਰੋਗ ਨੂੰ ਟਾਰਗੇਟ ਕਰਦੇ ਨੇ। ਇਸੇ ਲਈ ਹਜ਼ੂਰ ਮਹਾਰਾਜ ਇਸ ਚੀਜ਼ ਤੋਂ ਮੁਨਕਰ ਹੋਣ ਵਾਸਤੇ ਨਹੀਂ ਕਹਿ ਰਹੇ ਵੀ ਮਨੁੱਖ ਆਪਣੇ ਪਰਿਵਾਰ ਤੋਂ ਮੂੰਹ ਮੋੜ ਲਵੇ। ਸਤਿਗੁਰੂ ਇਹ ਕਹਿ ਰਹੇ ਨੇ ਵੀ ਤੂੰ ਇਸ ਦੇ ਨਾਲ ਨਾਲ ਇੱਕ ਹੋਰ ਫਰਜ਼ ਵੀ ਹੈ, ਇੱਕ ਹੋਰ ਕਿਰਿਆ ਵੀ ਹੈ ਜਿਹੜੀ ਕਰਨੀ ਹੈ। ਉਹ ਹੈ ਵੀ ਆਪਣੇ ਪਰਿਵਾਰ ਵਾਂਗ ਦੂਜਿਆਂ 'ਤੇ ਵੀ ਦਇਆ ਰੱਖਣੀ ਹੈ, ਦੂਜਿਆਂ 'ਤੇ ਵੀ ਤਰਸ ਰੱਖਣਾ ਹੈ। ਅਤੇ ਉਹ ਦਇਆ ਅਤੇ ਤਰਸ ਕਿਸ ਰੂਪ ਵਿੱਚ ਸਾਹਮਣੇ ਆਏਗਾ? ਭੇਦ ਭਾਵ ਤੋਂ ਬਿਨਾਂ ਰਹਿਣਾ, ਈਰਖਾ ਦਵੈਸ਼ ਤੋਂ ਬਿਨਾਂ ਰਹਿਣਾ, ਨਫ਼ਰਤ ਤੋਂ ਬਿਨਾਂ ਰਹਿਣਾ। ਅਤੇ ਜਿਹੜਾ ਫਿਰ ਬਿਨਾਂ ਨਫ਼ਰਤ, ਬਿਨਾਂ ਭੇਦ ਭਾਵ, ਬਿਨਾਂ ਈਰਖਾ ਤੋਂ ਅਸੀਂ ਵਿਹਾਰ ਕਰਾਂਗੇ ਨਾ, ਉਹੀ ਸਾਨੂੰ ਦੱਸੇਗਾ ਵੀ ਸਾਡੇ ਜੀਵਨ 'ਚ ਧਰਮ ਹੈ, ਸਾਡੇ ਜੀਵਨ 'ਚ ਪਰਮੇਸ਼ਰ ਦੀ ਯਾਦ ਹੈ, ਅਸੀਂ ਰੱਬ ਨੂੰ ਸਭਨਾਂ ਵਿੱਚ ਵੱਸਦਾ ਹੋਇਆ ਵੇਖਦੇ ਹਾਂ, ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਸਿਰਜਣਾ ਦੀ ਕਦਰ ਕਰਦੇ ਹਾਂ, ਅਸੀਂ ਸਮਸਤ ਜੀਵਾਂ ਨੂੰ ਪ੍ਰੇਮ ਦੀ ਗਲਵਕੜੀ ਵਿੱਚ ਲੈਂਦੇ ਹਾਂ। ਤਾਂ ਹਜ਼ੂਰ ਮਹਾਰਾਜ ਕਹਿੰਦੇ ਨੇ ਮਾਇਆ ਕੀ ਹੈ? ਇੱਕ ਤਾਂ ਇਸ ਪੰਕਤੀ ਵਿੱਚ ਦੱਸ ਦਿੱਤਾ, ਅਤੇ ਹੁਣ ਸਤਿਗੁਰੂ ਅਗਲੀ ਪੰਕਤੀ ਵਿੱਚ ਇਹਦੀ ਹੋਰ ਐਕਸਪਲੇਨੇਸ਼ਨ, ਵਿਆਖਿਆ ਦੇ ਰਹੇ ਨੇ। ਹਜ਼ੂਰ ਕਹਿੰਦੇ ਜੋਬਨ ਧਨ ਪ੍ਰਭਤਾ ਕੈ ਮਦ ਮੈਂ ਅਹਨਿਸ ਰਹਿ ਦੀਵਾਨਾ। ਜੋਬਨ ਦਾ ਮਤਲਬ ਹੈ ਜਵਾਨੀ। ਜਵਾਨੀ ਆਪਾਂ ਕਹਿੰਦੇ ਫਿਜ਼ੀਕਲੀ ਤਾਕਤ, ਸਰੀਰ ਦੀ ਤਾਕਤ। ਇਹਦੇ ਵਿੱਚ ਕਈ ਚੀਜ਼ਾਂ ਨੂੰ ਕਾਊਂਟ ਕੀਤਾ ਜਾਂਦਾ ਹੈ। ਜਦੋਂ ਇਸ ਦੀ ਵਿਆਖਿਆ ਕਰਨ ਵਾਲੇ ਵਿਆਖਿਆ ਕਰਦੇ ਨੇ ਵਿਚਾਰਵਾਨ, ਤਾਂ ਉਹ ਕਹਿੰਦੇ ਨੇ ਸੁਚੱਜਾ ਸੋਹਣਾ ਸਰੀਰ ਹੋਣਾ, ਤਾਕਤਵਰ ਸਰੀਰ ਹੋਣਾ ਅਤੇ ਬੁੱਧੀ ਦਾ ਤੇਜ ਹੋਣਾ, ਇਹ ਸਭ ਚੀਜ਼ਾਂ ਨੂੰ, ਜੋਸ਼ ਹੋਣਾ ਇਤਿਆਦਿਕ, ਇਹ ਸਭ ਚੀਜ਼ਾਂ ਜਵਾਨੀ ਦੀਆਂ ਨਿਸ਼ਾਨੀਆਂ ਮੰਨੀਆਂ ਜਾਂਦੀਆਂ। ਇਸੇ ਨੂੰ ਸਤਿਗੁਰੂ ਨੇ ਇੱਕੇ ਸ਼ਬਦ ਨਾਲ ਹੀ ਡਿਫਾਈਨ ਕੀਤਾ, ਜੋਬਨ। ਜੋਬਨ ਦਾ ਨਸ਼ਾ, ਭਾਵੇਂ ਉਹ ਤੁਹਾਨੂੰ ਸਰੀਰਕ ਤਾਕਤ ਹੈ, ਬੰਦਾ ਤਕੜਾ ਹੋਵੇ ਦੂਜਿਆਂ ਨਾਲੋਂ ਤੇ ਐਵੇਂ ਹੀ ਖਹਿੰਦਾ ਫਿਰੇ, ਇਹਦਾ ਮਤਲਬ ਹੈ ਜਵਾਨੀ ਦਾ ਨਸ਼ਾ ਹੀ ਹੈ ਨਾ, ਗੁਰੂਰ ਹੈ ਨਾ ਅੰਦਰ ਵੀ ਮੈਂ ਤਕੜਾ। ਬੰਦੇ ਨੂੰ ਚਾਰ ਗੱਲਾਂ ਜਾਂ ਥੋੜ੍ਹਾ ਕਹਿ ਲਓ ਵੀ ਬੁੱਧੀ ਦੂਜਿਆਂ ਨਾਲੋਂ ਤੇਜ਼ ਹੋਵੇ ਅਤੇ ਦੂਜਿਆਂ ਨੂੰ ਮੂਰਖ ਕਹਿ ਕੇ ਉਹ ਚੜਾਉਣੋਂ ਨਹੀਂ ਹਟਦਾ। ਇਹਦਾ ਮਤਲਬ ਹੈ ਵੀ ਉਹ ਉਸ ਚੀਜ਼ ਦੇ ਨਸ਼ੇ ਵਿੱਚ ਜੀ ਰਿਹਾ, ਗੁਰੂਰ ਵਿੱਚ। ਜੇ ਮਨੁੱਖ ਦੇ ਕੋਲ ਰੂਪ ਚੰਗਾ ਹੈ ਅਤੇ ਉਹ ਦੂਜਿਆਂ ਨੂੰ ਕਰੂਪ, ਕਸੋਹਣੇ, ਭੈੜੇ ਅਤੇ ਇਸ ਤਰ੍ਹਾਂ ਦੇ ਸ਼ਬਦਾਂ ਦੇ ਨਾਲ, ਜਾਂ ਉਹ ਆਪਣਾ ਨੁਮਾਇਸ਼ ਕਰਦਾ ਰਹੇ, ਜਿਹੜੀ ਚੀਜ਼ ਉਹਦੇ ਕੋਲ ਹੈ ਦੂਜਿਆਂ ਨੂੰ ਨੀਵਾਂ ਵਿਖਾਉਣ ਲਈ ਨੁਮਾਇਸ਼ ਕਰਦਾ ਰਹੇ ਉਸ ਚੀਜ਼ ਦੀ, ਤਾਂ ਸਮਝੋ ਵੀ ਇਹ ਨਸ਼ੇ ਦੀ ਲੋਰ ਹੈ। ਹੁਣ ਸਤਿਗੁਰੂ ਨੇ ਵੇਖੋ ਸ਼ਬਦ ਕਿੰਨਾ ਵਿਚਾਰ ਵਾਲਾ ਵਰਤਿਆ। ਮਨੁੱਖ ਨਸ਼ੇ ਵਿੱਚ ਹੋਵੇ ਨਾ, ਅਤੇ ਸਤਿਗੁਰੂ ਨੇ ਬਾਣੀ 'ਚ ਇੱਕ ਉਦਾਹਰਣ ਦਿੱਤੀ ਹੈ ਵੀ ਕਈ ਵਾਰ ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ। ਉਹ ਜਿਵੇਂ ਕਿਸੇ ਨੇ ਇਹ ਟੋਟਕਾ ਜੋੜਿਆ ਨਾ ਵੀ ਉਹ ਕਹਿੰਦੇ ਵੀ ਬੰਦਾ ਨਸ਼ੇ ਵਿੱਚ, ਨਸ਼ੇ ਦੀ ਲੋਰ ਵਿੱਚ ਜਦੋਂ ਘਰ ਆਉਂਦਾ ਤਾਂ ਦਰਵਾਜ਼ਾ ਖੋਲ੍ਹਦੀ ਹੈ ਮਾਂ ਅਤੇ ਉਹਦੇ ਗਲ ਪੈ ਜਾਂਦਾ। ਉਹਨੂੰ ਲੱਗਦਾ ਮੇਰੀ ਘਰ ਵਾਲੀ ਹੈ, ਉਹਨੂੰ 4-5 ਜਲੀਆਂ ਕੱਟੀਆਂ ਸੁਣਾਉਂਦਾ। ਉਹ ਚੁੱਪ ਰਹੀ ਵੀ ਹੁਣ ਜਦੋਂ ਇਹਦੀ ਸੁਰਤੀ ਕੰਮ ਨਹੀਂ ਕਰਦੀ, ਹੁਣ ਇਹਨੂੰ ਟੋਕ ਕੇ ਵੀ ਕੀ ਕਰਾਂਗੇ। ਖੈਰ ਉਹ ਅੰਦਰ ਚਲਿਆ ਜਾਂਦਾ ਕਿ ਘਰ ਵਾਲੀ ਖੜੀ ਸੀ, ਅਤੇ ਉਹਦੇ ਪੈਰੀਂ ਹੱਥ ਲਾ ਕੇ ਸੋਚਦਾ ਵੀ ਖੌਰੇ ਮੇਰੀ ਮਾਂ ਖੜੀ ਹੈ, ਅਤੇ ਉਹਦੇ ਪੈਰੀਂ ਹੱਥ ਲਾ ਕੇ ਕਹਿੰਦਾ ਮਾਤਾ ਜੀ ਗਲਤੀ ਹੋ ਗਈ, ਅੱਗੇ ਤੋਂ ਨਹੀਂ ਪੀਂਦਾ। ਹੁਣ ਇਹ
ਉਦਾਹਰਣ ਜਿਹੜੀ ਹੈ ਕੇਵਲ ਇਸ ਕਰਕੇ ਵੀ ਉਹਨੂੰ ਰਿਸ਼ਤੇ ਦੀ ਵੀ ਪਛਾਣ ਨਹੀਂ, ਉਹਨੂੰ ਸਰੀਰ ਤੇ ਦੋ ਖੜੇ ਦਿਸ ਰਹੇ ਨੇ, ਪਰ ਇਹ ਨਹੀਂ ਦਿਸ ਰਿਹਾ ਵੀ ਇਹਨਾਂ 'ਚੋਂ ਮਾਂ ਕਿਹੜੀ ਹੈ ਅਤੇ ਘਰ ਵਾਲੀ ਕਿਹੜੀ ਹੈ। ਉਸ ਵੇਲੇ ਉਹਦੇ ਅੰਦਰ ਦੀ ਦਇਆ ਕਿੱਥੇ ਜਾਂਦੀ ਹੈ, ਉਹਦਾ ਅੰਦਰ ਦਾ ਤਰਸ ਕਿੱਥੇ ਜਾਂਦਾ ਹੈ, ਉਹਨੂੰ ਆਪਣੇ ਆਪ ਦੀ ਸੁੱਧ ਕੋਈ ਨਹੀਂ। ਇੱਕ ਉਦਾਹਰਣ ਹੈ। ਅਤੇ ਜਿੱਥੇ ਜੋਬਨ ਦਾ ਨਸ਼ਾ ਹੋਏਗਾ ਅਤੇ ਦੂਸਰਾ ਸਤਿਗੁਰੂ ਨੇ ਕਿਹਾ ਧਨ ਦੌਲਤ ਕਿਸੇ ਵੀ ਰੂਪ ਵਿੱਚ ਮਨੁੱਖ ਕੋਲ ਹੋਵੇ, ਪਦਾਰਥਾਂ ਦੇ ਰੂਪ ਵਿੱਚ ਹੋਵੇ, ਪੈਸੇ ਦੇ ਰੂਪ ਵਿੱਚ ਹੋਵੇ, ਪ੍ਰੋਪਰਟੀ ਦੇ ਰੂਪ ਵਿੱਚ, ਕਿਸੇ ਵੀ ਰੂਪ ਵਿੱਚ ਹੋਵੇ। ਅਤੇ ਤੀਸਰਾ ਜ਼ਿਕਰ ਸਤਿਗੁਰੂ ਨੇ ਕੀਤਾ ਹੈ ਪ੍ਰਭਤਾ। ਪ੍ਰਭਤਾ ਦਾ ਮਤਲਬ ਹੈ ਵਡਿਆਈ। ਉਹ ਪਦਵੀ ਦੀ ਵੀ ਹੋ ਸਕਦੀ ਹੈ, ਉਹ ਕਿਸੇ ਹੁਨਰ ਕਰਕੇ ਜਿਹੜਾ ਸਾਨੂੰ ਸਨਮਾਨ ਮਿਲਦਾ ਹੈ ਸੰਸਾਰ 'ਚ, ਸ਼ੋਭਾ ਮਿਲਦੀ ਹੈ ਦੁਨੀਆ 'ਚ, ਵਡਿਆਈ ਮਿਲਦੀ ਹੈ ਦੁਨੀਆ 'ਚ, ਉਹ ਇਸ ਰੂਪ ਵਿੱਚ ਵੀ ਹੋ ਸਕਦੀ ਹੈ। ਤੋ ਸਤਿਗੁਰੂ ਕਹਿੰਦੇ ਜੋਬਨ ਧਨ ਪ੍ਰਭਤਾ ਕੈ ਮਦ ਮੈਂ ਅਹਨਿਸ ਰਹਿ ਦੀਵਾਨਾ। ਦਿਨ ਰਾਤ ਇੱਕ ਹੋਰ ਚੀਜ਼ ਨੋਟ ਕਰਨ ਵਾਲੀ, ਅਸੀਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ ਅਤੇ ਮਹਾਰਾਜ ਦੇ ਜੀਵਨ ਵਿੱਚ ਉਹਨਾਂ ਦਾ ਜਿਹੜਾ ਸਮਕਾਲੀ ਬਾਦਸ਼ਾਹ ਹੈ ਉਹ ਔਰੰਗਜ਼ੇਬ ਹੈ। ਕਦੀ ਇਮੈਜਨ ਕਰਕੇ ਵੇਖੋ, ਔਰੰਗਜ਼ੇਬ ਸਾਰੀ ਉਮਰ ਗਰੀਬ ਰਹਿੰਦਾ ਅਤੇ ਇੱਕ ਗਰੀਬ ਜਿਹੇ ਘਰ ਦੇ ਵਿੱਚ ਝੌਂਪੜੀ ਵਿੱਚ ਪੈਦਾ ਹੁੰਦਾ ਅਤੇ ਸਾਰੀ ਉਮਰ ਉਹਨੂੰ ਇੱਕ ਗਰੀਬ ਮਜ਼ਦੂਰੀ ਕਰਦਿਆਂ ਹੋਇਆਂ ਹੀ ਸਾਰੀ ਉਮਰ ਬਤੀਤ ਕਰਨੀ ਪੈਂਦੀ ਕਿ ਉਹਦੀ ਇੰਨੀ ਪਾਵਰ ਹੁੰਦੀ ਕਿ ਉਹ ਕਿਸੇ ਨੂੰ ਸ਼ਹੀਦ ਕਰ ਪਾਉਂਦਾ, ਉਹਦੀ ਪਾਵਰ ਹੁੰਦੀ ਵੀ ਉਹ ਲੋਕਾਂ ਦੇ ਤੀਰਥ ਢਾਉਂਦਾ ਫਿਰਦਾ, ਉਹਦੀ ਤਾਕਤ ਹੁੰਦੀ ਕਿ ਉਹ ਇੰਨੇ ਲੋਕਾਂ ਨੂੰ ਤਲਵਾਰ ਦੀ ਧਾਰ ਹੇਠੋਂ ਲੰਘਾ ਲੈਂਦਾ, ਆਪਣੇ ਬਾਪ ਦਾ ਕਤਲ ਕਰਦਾ, ਭਰਾ ਦਾ ਕਰਦਾ ਵਗੈਰਾ। ਜਿੰਨੇ ਪਾਪ ਉਹਨੇ ਆਪਣੀ ਜ਼ਿੰਦਗੀ 'ਚ ਕੀਤੇ, ਕਿ ਜੇ ਉਹ ਕੱਖਾਂ ਦੀ ਕੁੱਲੀ 'ਚ ਜੰਮ ਕੇ ਕੱਖਾਂ ਦੀ ਕੁੱਲੀ 'ਚ ਹੀ ਸਾਰੀ ਜ਼ਿੰਦਗੀ ਗਰੀਬੀ ਵਿੱਚ ਬਿਤਾ ਜਾਂਦਾ ਤਾਂ ਇੰਨਾ ਉਪੱਦਰ ਪਾਪ ਉਹ ਕਰ ਸਕਦਾ ਸੀ? ਨਹੀਂ ਸੀ ਕਰ ਸਕਦਾ। ਇਹਦਾ ਮਤਲਬ ਇਹ ਨਾ ਸਮਝਣਾ ਵੀ ਉੱਥੇ ਉਹਨੇ ਕੋਈ ਬਹੁਤੇ ਵੱਡੇ ਧਰਮੀ ਬਣ ਜਾਣਾ ਸੀ। ਜੇ ਉਹਦੀ ਸੁਰਤ ਇਹੋ ਜਿਹੀ ਸੀ ਤਾਂ ਉਹ ਇਹੋ ਜਿਹਾ ਹੀ ਰਹਿਣਾ ਸੀ। ਹਾਂ, ਇਹ ਹੋ ਸਕਦਾ ਸੀ ਉਹ ਮਾੜੇ ਮੋਟੇ ਪਸ਼ੂ ਕੁੱਟ ਲਿਆ ਕਰਦਾ ਗੁੱਸੇ 'ਚ ਆ ਕੇ, ਘਰ ਲੜ ਪੈਂਦਾ, ਪਰ ਇਹੋ ਜਿਹੇ ਗਰੀਬ ਬੰਦੇ ਦਾ, ਸਧਾਰਨ ਜਿਹੇ ਬੰਦੇ ਦਾ ਗੁੱਸਾ ਦੋ ਚਾਰ ਮਾੜੇ ਹੀ ਚੱਲ ਸਕਦੇ ਹੁੰਦੇ ਨੇ, ਬਹੁਤੇ ਨਹੀਂ ਚੱਲਦੇ, ਉਹ ਅੱਗੋਂ ਪੈ ਜਾਂਦੇ। ਹੁਣ ਕਾਰਨ ਇਹ ਹੈ ਵੀ ਭਾਵੇਂ ਉਹ ਅੰਦਰੋਂ ਬੁਰਾ ਹੀ ਹੁੰਦਾ, ਪਰ ਉਹਦੇ ਕੋਲ ਜਿੰਨਾ ਚਿਰ ਪਾਵਰ ਨਹੀਂ ਸੀ ਨਾ, ਇੰਨਾ ਵੱਡਾ ਨੁਕਸਾਨ ਨਹੀਂ ਸੀ ਉਹ ਕਰ ਸਕਦਾ। ਪਰ ਉਸ ਅੰਦਰ ਦੇ ਸ਼ੈਤਾਨ ਬੰਦੇ ਨੂੰ ਚੰਗਾ ਮਾਹੌਲ ਮਿਲ ਗਿਆ, ਰਾਜਿਆਂ ਘਰੇ ਜੰਮਿਆ ਅਤੇ ਰਾਜਾ ਹੀ ਬਣ ਗਿਆ। ਬਾਦਸ਼ਾਹ ਦਾ ਪੁੱਤਰ ਸੀ, ਬਾਦਸ਼ਾਹ ਬਣ ਗਿਆ, ਤਖਤ ਉੱਤੇ ਬੈਠਾ ਹੈ, ਫੌਜਾਂ ਨੇ, ਪਾਵਰ ਹੈ, ਹੁਕਮ ਚੱਲਦਾ ਹੈ। ਇੱਕ ਮੂੰਹ ਤੋਂ ਕਹੀ ਹੋਈ ਗੱਲ ਪੂਰੀ ਕਰਨ ਵਾਸਤੇ ਸਾਰਾ ਤੰਤਰ ਪੱਬਾਂ ਭਾਰ ਹੋ ਜਾਂਦਾ। ਅਤੇ ਨਸ਼ਾ, ਦੋ ਚੀਜ਼ਾਂ ਹੋ ਗਈਆਂ ਨਾ, ਜਿਵੇਂ ਬਿਮਾਰੀ ਅਤੇ ਬਿਮਾਰੀ ਨੂੰ ਵਧਾਉਣ ਵਾਲੀ ਕੋਈ ਚੀਜ਼ ਨਾਲ ਬੰਦੇ ਨੂੰ ਮਿਲ ਜਾਏ ਅਤੇ ਉਹ ਬਿਮਾਰੀ ਵੱਧ ਜਾਂਦੀ। ਠੀਕ ਉਹ ਅੰਦਰ ਦੀ ਬੁਰਾਈ, ਰਾਜਨੀਤਿਕ ਤਾਕਤ ਮਿਲ ਗਈ, ਦੌਲਤ ਮਿਲ ਗਈ, ਸ਼ੋਹਰਤ ਮਿਲ ਗਈ, ਪਾਵਰ ਮਿਲ ਗਈ, ਉਹ ਸਾਰੀਆਂ ਚੀਜ਼ਾਂ ਨੇ ਰਲ ਕੇ ਇੱਕ ਖੂੰਖਾਰ ਵਿਅਕਤੀ ਨੂੰ ਹੋਰ ਖੂੰਖਾਰ ਬਣਾ ਦਿੱਤਾ। ਮਹਾਰਾਜ ਕਹਿੰਦੇ ਨੇ ਐਕਸਟਰਾ ਨਸ਼ੇ ਮਿਲ ਗਏ, ਜੋਬਨ ਦਾ, ਧਨ ਦਾ, ਪ੍ਰਭਤਾ ਦਾ। ਹੁਣ ਇਹ ਜਿੱਥੇ ਵੀ ਹੋਏਗਾ, ਜਿਸ ਨੂੰ ਵੀ ਹੋਏਗਾ, ਮਹਾਰਾਜ ਕਹਿੰਦੇ ਉਹ ਕਿਵੇਂ ਵਿਹਾਰ ਕਰੇਗਾ? ਅਹਨਿਸ ਰਹਿ ਦੀਵਾਨਾ। ਦਿਨ ਰਾਤ ਉਹ ਦੀਵਾਨਿਆਂ ਅਤੇ ਝੱਲਿਆਂ ਵਾਂਗ ਵਿਹਾਰ ਕਰੇਗਾ, ਪਾਗਲਾਂ ਵਾਂਗ। ਉਹ ਆਪਣੇ ਹੰਕਾਰ ਵਿੱਚ ਹੀ ਚੂਰ ਹੋਇਆ ਰਹੇਗਾ। ਤੋ ਹਜ਼ੂਰ ਕਹਿੰਦੇ ਨੇ ਦੀਨ ਦਿਆਲ ਸਦਾ ਦੁੱਖ ਭੰਜਨ ਤਾਂ ਸਿਉ ਮਨ ਨਾ ਲਗਾਨਾ। ਜੋ ਦੀਨਾਂ 'ਤੇ ਦਇਆ ਕਰਨ ਵਾਲਾ ਹੈ। ਦੀਨ ਕੌਣ ਹੈ? ਦੀਨ ਆਖਦੇ ਨੇ ਗਰੀਬ ਨੂੰ, ਕੰਗਾਲ ਨੂੰ। ਕੌਣ ਹੈ ਗਰੀਬ ਕੰਗਾਲ? ਜਿਸ ਕੋਲ ਪੈਸਾ ਘੱਟ ਹੈ ਉਹਨੂੰ ਸਤਿਗੁਰੂ ਨਹੀਂ ਗਰੀਬ ਕਹਿ ਰਹੇ। ਗਰੀਬ ਕਿਹਨੂੰ ਕਹਿ ਰਹੇ ਨੇ? ਆਹ ਪਹਿਲੀਆਂ ਪੰਕਤੀਆਂ ਵਿੱਚ ਜੋ ਸਤਿਗੁਰੂ ਨੇ ਦੱਸਿਆ, ਜਿਹੜਾ ਮਾਇਆ ਦੇ ਰਸ ਵਿੱਚ ਹੈ, ਜਿਹੜਾ ਜੋਬਨ ਧਨ ਪ੍ਰਭਤਾ ਦੇ ਮਦ ਨਸ਼ੇ ਵਿੱਚ ਚੂਰ ਹੈ, ਉਹ ਆਤਮਕ ਦੌਲਤ ਪੱਖੋਂ ਕੰਗਾਲ ਹੈ, ਉਹ ਗਰੀਬ ਹੈ। ਐਸੇ ਗਰੀਬ ਦੇ ਉੱਤੇ ਵੀ ਉਹ ਪਰਮੇਸ਼ਰ ਦਇਆ ਕਰਦਾ, ਉਹਦਾ ਵੀ ਭਲਾ ਕਰਦਾ। ਜੇ ਉਹ ਜੀਵ ਆਪਣਾ ਰੁਖ ਉਸ ਪਰਮੇਸ਼ਰ ਵੱਲ, ਉਹਦੀ ਯਾਦ ਵੱਲ ਕਰ ਲਏ, ਸਿਰਜਣ ਸੱਤਾ ਵੱਲ ਕਰ ਲਏ, ਤਾਂ ਹਜ਼ੂਰ ਕਹਿੰਦੇ ਨੇ ਦੀਨ ਦਿਆਲ ਸਦਾ ਦੁੱਖ ਭੰਜਨ। ਉਹਦਾ ਹੰਕਾਰ ਦਾ ਦੁੱਖ ਵੀ ਖੰਡਿਆ ਜਾਂਦਾ ਹੈ। ਤਾਂ ਸਿਓ ਮਨ ਨਾ ਲਗਾਨਾ। ਪਰ ਮਨੁੱਖ ਦੀ ਅਸਮਰੱਥਾ ਅਤੇ ਮਨੁੱਖ ਦੀ ਅਗਿਆਨਤਾ, ਅਣਗਹਿਲੀ ਕੀ ਹੈ ਵੀ ਉਸ ਨਾਲ ਮਨ ਨਹੀਂ ਜੋੜਦਾ। ਜਿਹੜਾ ਇਹਨੂੰ ਏਡੀ ਵੱਡੀ ਦਾਤ ਦਿੰਦਾ, ਇਹਦਾ ਦੁੱਖ ਖੰਡਦਾ, ਜਿਹੜਾ ਇਸ 'ਤੇ ਦਇਆ ਕਰਦਾ ਹੈ। ਪਰ ਹਜ਼ੂਰ ਨੇ ਅਖੀਰਲੀ ਪੰਕਤੀ ਵਿੱਚ ਫਰਮਾਇਆ, ਸਤਿਗੁਰੂ ਕਹਿੰਦੇ ਜਨ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ। ਜਨ ਦਾ ਭਾਵ ਹੈ ਦਾਸ, ਨਾਨਕ। ਨਾਨਕ ਸ਼ਬਦ ਦੀ ਮੋਹਰ ਛਾਪ ਵਰਤ ਕੇ ਨੌਵੇਂ ਗੁਰੂ ਦੇਵ ਆਖਦੇ ਨੇ
ਕੋਟਨ ਮੈਂ ਕਿਨਹੂੰ, ਕਰੋੜਾਂ ਵਿੱਚੋਂ ਹੀ ਕਿਸੇ ਨੇ, ਭਾਵ ਵਿਰਲੇ ਹਨ। ਅਤੇ ਵਿਰਲੇ ਸ਼ਬਦ ਦਾ ਤੱਤ ਭਾਵ ਹੈ ਇੰਪੋਰਟੈਂਟ ਹਨ। ਸ੍ਰੇਸ਼ਟ ਹਨ ਉਹ ਪੁਰਖ ਗੁਰਮੁਖ ਹੋਏ ਪਛਾਨਾ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ 'ਤੇ ਚੱਲਣ ਵਾਲੇ, ਜਿਹੜੇ ਗੁਰੂ ਦੇ ਦਰਸਾਏ, ਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰਦੇ ਨੇ ਅਤੇ ਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰ ਕੇ ਉਹ ਦੀਨ ਦਿਆਲ ਅਤੇ ਦੁੱਖ ਭੰਜਨ ਅਤੇ ਜੋ ਸਰਵ ਵਿਆਪੀ ਹੈ ਉਸ ਪਰਮੇਸ਼ਰ ਅਕਾਲ ਪੁਰਖ ਦੀ ਪਛਾਣ ਕਰ ਲੈਂਦੇ ਨੇ, ਉਸ ਨੂੰ ਜਾਣ ਲੈਂਦੇ ਨੇ, ਉਸ ਨੂੰ ਸਮਰਪਿਤ ਹੋ ਜਾਂਦੇ ਨੇ। ਐਸੇ ਜੀਵ ਭਾਈ ਬੜੇ ਮਹੱਤਵਪੂਰਨ ਨੇ, ਸਤਿਕਾਰ ਦੇ ਪਾਤਰ ਨੇ, ਇੰਪੋਰਟੈਂਟ ਪਰਸਨ ਨੇ, ਸ੍ਰੇਸ਼ਟ ਨੇ। ਉਹਨਾਂ ਨੂੰ ਗੁਰਬਾਣੀ ਨੇ ਪੰਚ ਵੀ ਆਖਿਆ ਅਤੇ ਸ਼੍ਰੋਮਣੀ ਵੀ ਆਖਿਆ। ਸਾਹਿਬ ਸਤਿਗੁਰੂ ਕਿਰਪਾ ਕਰਨ, ਇਸ ਮੁਬਾਰਕ ਸ਼ਬਦ ਦਾ ਉਪਦੇਸ਼ ਸਾਡੇ ਜੀਵਨ ਦਾ ਅੰਗ ਬਣੇ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।